ਸਤਿ ਸ਼੍ਰੀ ਅਕਾਲ ਦੋਸਤੋ। ਪਿਛਲੇ ਕਈ ਦਿਨਾਂ ਤੋਂ ਅਸੀਂ ਸਾਰੇ ਟੀਵੀ, ਸੋਸ਼ਲ ਮੀਡੀਆ ਅਤੇ ਆਪਸ ਵਿੱਚ ਕਰੋਨਾ ਵਾਇਰਸ ਅਤੇ ਇਸ ਨਾਲ ਜੁੜੀਆਂ ਗੱਲਾਂ ਕਰਕੇ ਡਰ ਨਾਲ ਭਰੇ ਪਏ ਹਾਂ। ਕੁਝ ਕੁ ਨੂੰ ਛੱਡ ਕੇ ਸਾਰਿਆਂ ਦਾ ਇਹੀ ਹਾਲ ਹੈ। ਦਿਮਾਗ ਵਿੱਚ ਇਸ ਬਾਰੇ ਹਮੇਸ਼ਾ ਸੋਚਣ ਨਾਲ ਇਹ ਘਟੇਗਾ ਤਾਂ ਹੈ ਨਹੀਂ, ਬਲਕਿ ਸਾਡੇ ਸਰੀਰ ਅਤੇ ਦਿਮਾਗ ਤੇ ਬੁਰਾ ਪ੍ਰਭਾਵ ਜ਼ਰੂਰ ਪਾਏਗਾ। ਭਾਵੇਂ ਕਰੋਨਾ ਵਾਇਰਸ ਖਤਰਨਾਕ ਤਾਂ ਹੈ ਹੀ ਹੈ ਅਤੇ ਇਸ ਤੋਂ ਬਚਾਅ ਰੱਖਣਾ ਵੀ ਬਹੁਤ ਜ਼ਰੂਰੀ ਹੈ, ਪਰ ਇਸ ਨਾਲ ਜੁੜੀਆਂ ਬਹੁਤ ਚੰਗੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ, ਜਿਨ੍ਹਾਂ ਨੂੰ ਜਾਣ ਕੇ ਤੁਹਾਨੂੰ ਸਕੂਨ ਅਤੇ ਹੌਸਲਾ ਜ਼ਰੂਰ ਮਿਲੇਗਾ, ਜੋ ਕਿ ਬਹੁਤ ਜ਼ਰੂਰੀ ਹੈ। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਮੈਂ ਹਾਂ ਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ MPR 24 ਪੰਜਾਬੀ। ਤੇ ਆਓ ਸ਼ੁਰੂ ਕਰਦੇ ਹਾਂ ਕਰੋਨਾ ਨਾਲ ਜੁੜੀਆਂ ਕੁਝ ਚੰਗੀਆਂ ਗੱਲਾਂ। ਨੰਬਰ 1, ਵਾਤਾਵਰਣ ਸਾਫ਼ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਦੁਨੀਆ ਭਰ ਵਿੱਚ ਹਵਾ ਪ੍ਰਦੂਸ਼ਣ ਨਾਲ ਰੋਜ਼ਾਨਾ ਲਗਭਗ 11,500 ਲੋਕਾਂ ਦੀ ਮੌਤ ਹੁੰਦੀ ਹੈ ਅਤੇ ਇਕੱਲੇ ਭਾਰਤ ਵਿੱਚ ਹੀ ਰੋਜ਼ਾਨਾ 6300 ਦੇ ਕਰੀਬ ਲੋਕ ਇਸ ਹਵਾ ਪ੍ਰਦੂਸ਼ਣ ਕਰਕੇ ਜਾਨ ਗਵਾਉਂਦੇ ਨੇ। ਕਈ ਸਾਲਾਂ ਦੀ ਮਿਹਨਤ ਨਾਲ ਵੀ ਪੂਰੇ ਸੰਸਾਰ ਦੇ ਦੇਸ਼ ਇਸ ਹਵਾ ਪ੍ਰਦੂਸ਼ਣ ਨੂੰ ਘੱਟ ਕਰ ਨਹੀਂ ਪਾਏ, ਜੋ ਇਸ ਕਰੋਨਾ ਵਾਇਰਸ ਨੇ ਕੁਝ ਕੁ ਦਿਨਾਂ ਦੇ ਵਿੱਚ ਹੀ ਕਰ ਦਿਖਾਇਆ ਤੇ ਹਵਾ ਪ੍ਰਦੂਸ਼ਣ ਤੋਂ ਹੋਣ ਵਾਲੀਆਂ ਮੌਤਾਂ ਨੂੰ ਕਾਫੀ ਹੱਦ ਤੱਕ ਘਟਾ ਦਿੱਤਾ ਹੈ। ਇੱਕ ਰਿਸਰਚ ਅਨੁਸਾਰ ਪਿਛਲੇ ਕੁਝ ਕੁ ਦਿਨਾਂ ਵਿੱਚ ਚੀਨ ਵਿੱਚ ਪ੍ਰਦੂਸ਼ਣ ਘਟਣ ਨਾਲ 77,000 ਜਾਨਾਂ ਬਚੀਆਂ ਹਨ, ਜੋ ਕਿ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਤੋਂ ਕਈ ਗੁਣਾ ਜ਼ਿਆਦਾ ਨੇ। ਨੰਬਰ 2, ਰੋਡ ਐਕਸੀਡੈਂਟ ਘਟੇ। 2017 ਦੇ ਡਾਟਾ ਅਨੁਸਾਰ ਭਾਰਤ ਵਿੱਚ ਹੀ ਰੋਜ਼ਾਨਾ 600 ਜਾਨਾਂ ਗਈਆਂ। ਹੁਣ ਵੀ ਇਹ ਅੰਕੜਾ ਰੋਜ਼ਾਨਾ 400 ਤੋਂ 500 ਮੌਤਾਂ ਦਾ, ਉਹ ਵੀ 15 ਤੋਂ 44 ਸਾਲ ਦੇ ਉਮਰ ਦੇ ਨੌਜਵਾਨ ਵਿਅਕਤੀਆਂ ਦੀਆਂ, ਜੋ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਤੋਂ ਕਾਫੀ ਜ਼ਿਆਦਾ ਨੇ ਤੇ ਹੁਣ ਉਹ ਨਹੀਂ ਹੋ ਰਹੀਆਂ ਨੇ, ਉਹ ਬੇਸ਼ਕੀਮਤੀ ਜਾਨਾਂ ਬਚ ਰਹੀਆਂ ਹਨ। ਭਾਵੇਂ ਆਰਥਿਕ ਹਾਲਤ ਖਰਾਬ ਹੋ ਰਹੀ ਹੈ, ਪਰ ਉਹ ਤਾਂ ਫਿਰ ਵੀ ਠੀਕ ਹੋ ਜਾਏਗੀ। ਨੰਬਰ 3, ਇਸ ਵਾਇਰਸ ਦੀ ਚੰਗੀ ਗੱਲ ਇਹ ਹੈ ਕਿ ਸਾਨੂੰ ਪਤਾ ਹੈ ਕਿ ਇਹ ਕੀ ਹੈ। ਦੋਸਤੋ, ਵੱਡੀ ਦਿੱਕਤ ਉਸ ਵੇਲੇ ਹੁੰਦੀ ਹੈ ਜਦ ਸਾਨੂੰ ਪਤਾ ਨਾ ਹੋਵੇ ਕਿ ਸਾਡਾ ਦੁਸ਼ਮਣ ਕੌਣ ਹੈ ਅਤੇ ਕਿੰਨਾ ਤਾਕਤਵਰ ਹੈ। ਅਤੇ ਅਜਿਹਾ ਕਈ ਵਾਇਰਸਾਂ ਨਾਲ ਹੋ ਚੁੱਕਿਆ ਹੈ ਕਿ ਉਹ ਫੈਲਣਾ ਸ਼ੁਰੂ ਹੋਏ ਤੇ ਸਾਨੂੰ ਪਤਾ ਹੀ ਨਾ ਚੱਲਿਆ ਕਿ ਉਹ ਕਿਸ ਤਰ੍ਹਾਂ ਦਾ ਵਾਇਰਸ ਹੈ। ਜਿਵੇਂ ਕਿ ਏਡਜ਼, ਇਸ ਦਾ ਪਹਿਲਾ ਕੇਸ 1981 ਵਿੱਚ ਆਇਆ ਅਤੇ 2 ਸਾਲ ਬਾਅਦ ਪਤਾ ਚੱਲਿਆ ਕਿ ਇਹ ਇੱਕ ਵਾਇਰਸ ਹੈ ਜਿਸ ਨੇ ਲੱਖਾਂ ਲੋਕਾਂ ਦੀ ਜਾਨ ਲਈ। ਤੇ ਹੁਣ ਜੇ ਗੱਲ ਕਰੀਏ ਇਸ ਕਰੋਨਾ ਵਾਇਰਸ ਦੀ, ਜਿਸ ਦਾ ਪਹਿਲਾ ਕੇਸ 31 ਦਸੰਬਰ 2019 ਵਿੱਚ ਰਿਪੋਰਟ ਕੀਤਾ ਗਿਆ ਅਤੇ 7 ਜਨਵਰੀ ਦਾ ਨਹੀਂ, ਸਿਰਫ 8 ਦਿਨਾਂ ਬਾਅਦ ਇਸ ਦਾ ਪਤਾ ਚੱਲ ਗਿਆ। ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਇਹ ਸਾਰਸ ਕਰੋਨਾ ਵਾਇਰਸ ਦਾ ਪਰਿਵਾਰ ਦਾ ਹੀ ਇੱਕ ਵਾਇਰਸ ਹੈ। ਇਸ ਲਈ ਵਿਗਿਆਨੀਆਂ ਨੇ ਇਸ ਨੂੰ ਸਾਰਸ ਕਰੋਨਾ ਵਾਇਰਸ 2 ਦਾ ਨਾਮ ਦਿੱਤਾ ਹੈ ਅਤੇ ਇਸ ਤੋਂ ਹੋਣ ਵਾਲੀ ਬਿਮਾਰੀ ਨੂੰ COVID-19 ਕਿਹਾ ਹੈ। ਇਹ ਚਮਗਾਦੜ ਨਾਲ ਸੰਬੰਧ ਰੱਖਦਾ ਹੈ। ਖੋਜਾਂ ਮੁਤਾਬਿਕ ਇਹ ਨਵੰਬਰ ਦੇ ਅੰਤ ਜਾਂ ਦਸੰਬਰ ਦੇ ਸ਼ੁਰੂ ਵਿੱਚ ਆਰੰਭ ਹੋਇਆ। ਹੁਣ ਦੁਸ਼ਮਣ ਬਾਰੇ ਸਾਨੂੰ ਜਦੋਂ ਇੰਨੀ ਜ਼ਿਆਦਾ ਜਾਣਕਾਰੀ ਹੋਵੇ ਤਾਂ ਅਸੀਂ ਉਸ ਨੂੰ ਹਰਾਉਣ ਲਈ ਹਥਿਆਰ ਬਣਾ ਸਕਦੇ ਹਾਂ ਤੇ ਇਸ ਦਾ ਹਥਿਆਰ ਹੈ ਵੈਕਸੀਨ ਜਾਂ ਟੀਕਾ। ਨੰਬਰ 4, ਇਸ ਦਾ ਟੀਕਾ ਛੇਤੀ ਹੀ ਆ ਜਾਵੇਗਾ। ਦੋਸਤੋ, ਜੇ ਇਸ ਵਾਇਰਸ ਤੋਂ ਆਜ਼ਾਦੀ ਛੇਤੀ ਮਿਲ ਸਕਦੀ ਹੈ ਤਾਂ ਉਹ ਸਿਰਫ ਇਸ ਦਾ ਟੀਕਾ ਆਉਣ ਤੋਂ ਬਾਅਦ ਹੀ ਮਿਲ ਸਕਦੀ ਹੈ। ਅਤੇ ਮੈਡੀਕਲ ਸਾਇੰਸ ਵਿੱਚ ਕਾਫੀ ਤਰੱਕੀ ਹੋਣ ਨਾਲ ਕੋਈ ਵੀ ਦਵਾਈ ਜਾਂ ਟੀਕੇ ਬਹੁਤ ਛੇਤੀ ਬਣਾਏ ਜਾਣ ਲੱਗੇ ਹਨ। ਪਹਿਲਾਂ ਕੋਈ ਨਵਾਂ ਟੀਕਾ ਬਣਾਉਣ ਲਈ ਲਗਭਗ 10 ਤੋਂ 20 ਸਾਲ ਲੱਗ ਜਾਂਦੇ ਸਨ, ਪਰ ਹੁਣ ਇਹ 1 ਜਾਂ 1.5 ਸਾਲ ਵਿੱਚ ਹੀ ਤਿਆਰ ਹੋ ਜਾਂਦਾ ਹੈ। ਭਾਵੇਂ ਸਾਨੂੰ ਇਹ ਸਮਾਂ ਬਹੁਤ ਜ਼ਿਆਦਾ ਲੱਗ ਰਿਹਾ ਹੈ, ਪਰ ਲੱਖਾਂ ਕਰੋੜਾਂ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਵੀ ਤਾਂ ਨਹੀਂ ਕੀਤਾ ਜਾ ਸਕਦਾ। ਇਸ ਲਈ ਟੀਕਾ ਬਣਾਉਣ ਲਈ ਕਾਫੀ ਸਾਵਧਾਨੀ ਅਤੇ ਮਿਹਨਤ ਕਰਨੀ ਪੈਂਦੀ ਹੈ। ਸਭ ਤੋਂ ਪਹਿਲਾਂ ਲੈਬ ਵਿੱਚ ਟੀਕਾ ਤਿਆਰ ਕੀਤਾ ਜਾਂਦਾ ਹੈ, ਫਿਰ ਜਾਨਵਰਾਂ ਤੇ ਇਸ ਨੂੰ ਪਰਖਿਆ ਜਾਂਦਾ ਹੈ। ਸਹੀ ਰਿਜ਼ਲਟ ਆਉਣ ਤੇ ਇਨਸਾਨਾਂ ਤੇ ਟੈਸਟਿੰਗ ਸ਼ੁਰੂ ਕੀਤੀ ਜਾਂਦੀ ਹੈ ਅਤੇ ਇਸ ਨੂੰ ਕਹਿੰਦੇ ਹਨ ਕਲੀਨਿਕਲ ਟ੍ਰਾਇਲ, ਜੋ ਕਿ 3 ਭਾਗਾਂ ਵਿੱਚ ਪੂਰਾ ਹੁੰਦਾ ਹੈ। ਟੀਕਾ ਬਣਾਉਣ ਦੀ ਮਨਜ਼ੂਰੀ ਤੇ ਸਪਲਾਈ ਲਈ 1 ਤੋਂ 1.5 ਸਾਲ ਲੱਗ ਹੀ ਜਾਂਦਾ ਹੈ, ਪਰ ਇਸ ਸਮੇਂ ਹਰ ਕੋਈ ਦੇਸ਼ ਇਸ ਨੂੰ ਸਭ ਤੋਂ ਪਹਿਲਾਂ ਬਣਾਉਣਾ ਚਾਹੁੰਦਾ ਹੈ। ਤਕਰੀਬਨ 80 ਕੰਪਨੀਆਂ ਤੇ ਇੰਸਟੀਚਿਊਟਸ ਇਸ ਨੂੰ ਬਣਾਉਣ ਵਿੱਚ ਜੁਟੇ ਹੋਏ ਨੇ। ਭਾਵੇਂ ਉਹ ਸਭ ਤੋਂ ਪਹਿਲਾਂ ਟੀਕਾ ਨਿਜਾਤ ਕਰਕੇ ਕਾਫੀ ਜ਼ਿਆਦਾ ਪੈਸਾ ਤੇ ਸ਼ੋਹਰਤ ਖੱਟਣ ਲਈ ਜਦੋਜਹਿਦ ਕਰ ਰਹੀਆਂ ਹਨ, ਪਰ ਇਸ ਕੰਪੀਟੀਸ਼ਨ ਦਾ ਫਾਇਦਾ ਇਹ ਹੈ ਕਿ ਟੀਕਾ ਛੇਤੀ ਬਣ ਜਾਵੇਗਾ। ਇੱਕ ਕੰਪਨੀ ਨੇ ਤਾਂ ਦਾਅਵਾ ਕੀਤਾ ਹੈ ਕਿ ਜੂਨ ਤੱਕ ਟੀਕਾ ਬਣਾ ਲੈਣਗੇ। ਉੱਥੇ ਹੀ ਆਕਸਫੋਰਡ ਯੂਨੀਵਰਸਿਟੀ ਦੇ ਵੈਕਸੀਨੋਲੋਜੀ ਦੇ ਇੱਕ ਪ੍ਰੋਫੈਸਰ ਦਾ ਕਹਿਣਾ ਹੈ ਕਿ ਸਤੰਬਰ ਤੱਕ ਟੀਕਾ ਬਣ ਜਾਣਾ ਚਾਹੀਦਾ ਹੈ। ਨੰਬਰ 5, ਲੋਕ ਠੀਕ ਹੋ ਰਹੇ ਨੇ। ਇਸ ਵਾਇਰਸ ਤੋਂ ਲੋਕ ਠੀਕ ਹੋ ਰਹੇ ਨੇ। ਦੋਸਤੋ, ਇਹ ਜ਼ਰੂਰੀ ਨਹੀਂ ਕਿ ਜਿਸ ਨੂੰ ਇਹ ਵਾਇਰਸ ਹੋ ਗਿਆ ਉਹ ਮਰ ਹੀ ਜਾਏਗਾ, ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਬੇਫਿਕਰ ਹੋ ਕੇ ਘੁੰਮੀਏ ਅਤੇ ਇਸ ਨੂੰ ਬਿਲਕੁਲ ਹਲਕੇ ਵਿੱਚ ਹੀ ਲੈ ਲਈਏ, ਕਿਉਂਕਿ ਇਹੋ ਜਿਹੀ ਗਲਤੀ ਅਮਰੀਕਾ ਤੇ ਰਸ਼ੀਆ ਨੇ ਵੀ ਕੀਤੀ ਸੀ ਤੇ ਭਾਰੀ ਨੁਕਸਾਨ ਚੱਲਿਆ। ਭਾਵੇਂ ਲੋਕ ਇਸ ਤੋਂ ਠੀਕ ਹੋ ਰਹੇ ਨੇ, ਪਰ ਉਹ ਆਪਣੇ ਨਾਲ ਦੂਜਿਆਂ ਨੂੰ ਇਫੈਕਟਡ ਕਰ ਦਿੰਦੇ ਨੇ ਅਤੇ ਜੇ ਉਸ ਨਾਲ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ। ਹੁਣ ਤੱਕ ਇਸ ਬਿਮਾਰੀ ਤੋਂ ਲਗਭਗ 6,500,000 ਦੇ ਕਰੀਬ ਮਰੀਜ਼ ਠੀਕ ਹੋਏ ਨੇ, ਜੋ ਕਿ ਬਹੁਤ ਚੰਗੀ ਗੱਲ ਹੈ। ਮੀਡੀਆ ਵਿੱਚ ਜਿਹੜੇ ਅੰਕੜੇ ਦਿਖਾਏ ਜਾਂਦੇ ਹਨ ਉਹ ਸਿਰਫ ਬਿਮਾਰ ਮਰੀਜ਼ਾਂ ਦੀ ਦਿਖਾਏ ਜਾਂਦੇ ਹਨ, ਜਦਕਿ ਮਰਨ ਵਾਲਿਆਂ ਤੋਂ ਕਈ ਗੁਣਾ ਜ਼ਿਆਦਾ ਗਿਣਤੀ ਤਾਂ ਠੀਕ ਹੋਣ ਵਾਲਿਆਂ ਦੀ ਹੈ। ਜਿਵੇਂ ਕਿ ਸੰਸਾਰ ਭਰ ਵਿੱਚ ਹੁਣ ਤੱਕ 1,61,000 ਲੋਕ ਇਸ ਵਾਇਰਸ ਨਾਲ ਮਰੇ ਹਨ ਅਤੇ 6,500,000 ਦੇ ਕਰੀਬ ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋਏ ਹਨ, ਜੋ ਮਰਨ ਵਾਲਿਆਂ ਤੋਂ ਕਈ ਗੁਣਾ ਜ਼ਿਆਦਾ ਹੈ। ਕੁਝ ਹੱਦ ਤੱਕ ਮੀਡੀਆ ਡਰਾਉਣ ਦਾ ਕੰਮ ਜ਼ਿਆਦਾ ਕਰ ਰਿਹਾ ਹੈ। ਹਾਲਾਂਕਿ ਡਰਨਾ ਵੀ ਜ਼ਰੂਰੀ ਹੈ, ਪਰ ਐਸਾ ਵੀ ਨਾ ਹੋਵੇ ਕਿ ਅਸੀਂ ਕਰੋਨਾ ਦੀ ਬਜਾਏ ਡਰ ਨਾਲ ਹੀ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਲਈਏ, ਜਿਵੇਂ ਸੰਸਾਰ ਭਰ ਵਿੱਚੋਂ ਕਰੋਨਾ ਮਰੀਜ਼ਾਂ ਦੇ ਆਤਮ ਹੱਤਿਆ ਦੀਆਂ ਖਬਰਾਂ ਆ ਰਹੀਆਂ ਨੇ। ਨੰਬਰ 6, ਬੱਚਿਆਂ ਤੇ ਬਹੁਤ ਘੱਟ ਅਸਰ। ਬੱਚਿਆਂ ਤੇ ਇਸ ਦਾ ਅਸਰ ਬਹੁਤ ਘੱਟ ਹੈ। ਕਰੋਨਾ ਤੋਂ ਮੌਤ ਦਾ ਖਤਰਾ 10 ਸਾਲ ਤੋਂ ਘੱਟ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਦੇ ਲੋਕਾਂ ਨੂੰ ਥੋੜਾ ਜ਼ਿਆਦਾ ਹੈ, ਕਿਉਂਕਿ ਉਹਨਾਂ ਦਾ ਇਮਿਊਨ ਸਿਸਟਮ ਥੋੜਾ ਕਮਜ਼ੋਰ ਹੁੰਦਾ ਹੈ। ਪਰ ਇਹ ਬੱਚਿਆਂ ਤੇ ਬਹੁਤ ਘੱਟ ਅਸਰ ਕਰ ਰਿਹਾ ਹੈ। ਹੁਣ ਤੱਕ ਜਿੰਨੇ ਵੀ ਕੇਸ ਹੋਏ ਨੇ ਉਹਨਾਂ ਵਿੱਚੋਂ ਸਿਰਫ 3% ਕੇਸ ਹੀ 20 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਹੋਏ ਨੇ ਅਤੇ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਮੌਤ ਦਰ ਸਿਰਫ 0.2% ਹੈ, ਯਾਨੀ ਕਿ 1000 ਪਿੱਛੇ ਸਿਰਫ 2 ਮੌਤਾਂ।
ਨੰਬਰ 7 ਕਈ ਦੇਸ਼ਾਂ ਤੋਂ ਵਧੀਆ ਖਬਰਾਂ। ਦੁਨੀਆ ਭਰ ਵਿੱਚ ਇੱਕ ਬੁਰਾ ਸੁਪਨਾ ਲੈ ਕੇ ਆਇਆ ਕਰੋਨਾ ਵਾਇਰਸ ਹੁਣ ਤੇਜ਼ੀ ਨਾਲ ਨਹੀਂ ਫੈਲ ਰਿਹਾ। ਜਿਵੇਂ ਕਿ ਇਟਲੀ, ਜਰਮਨੀ, ਸਪੇਨ, ਇਹਨਾਂ ਦੇਸ਼ਾਂ ਵਿੱਚ ਕਰੋਨਾ ਵਾਇਰਸ ਤੇਜ਼ੀ ਨਾਲ ਫੈਲਿਆ ਸੀ ਅਤੇ ਬਹੁਤ ਜ਼ਿਆਦਾ ਤਬਾਹੀ ਮਚਾਈ ਸੀ। ਕਰੜੇ ਫੈਸਲਿਆਂ ਅਤੇ ਵਧੀਆ ਮੈਡੀਕਲ ਸਹੂਲਤਾਂ ਕਾਰਨ ਮਾਮਲੇ ਤਾਂ ਆ ਰਹੇ ਨੇ, ਪਰ ਪਹਿਲਾਂ ਨਾਲੋਂ ਬਹੁਤ ਘੱਟ। ਇਸੇ ਲਈ ਯੂਰਪ ਦੇ ਕਈ ਦੇਸ਼ਾਂ ਵਿੱਚੋਂ ਲਾਕਡਾਊਨ ਨੂੰ ਘੱਟ ਕੀਤਾ ਜਾਣ ਲੱਗਿਆ ਹੈ। ਜਿਵੇਂ ਕਿ ਇਟਲੀ ਵਿੱਚ ਕਿਤਾਬਾਂ ਅਤੇ ਬੱਚਿਆਂ ਦੇ ਕੱਪੜੇ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ। ਸਪੇਨ ਵਿੱਚ ਵੀ ਕਰੀਬ 3 ਲੱਖ ਦੇ ਲੋਕਾਂ ਨੂੰ ਕੰਮ ਤੇ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਡੈਨਮਾਰਕ ਵਿੱਚ ਸਕੂਲ ਖੁੱਲ੍ਹਣ ਲੱਗੇ ਹਨ। ਜਰਮਨੀ ਵਿੱਚ ਵੀ ਅਗਲੇ ਹਫ਼ਤੇ ਤੋਂ ਕੁਝ ਢਿੱਲ ਦਿੱਤੀ ਜਾਵੇਗੀ। ਦੂਜੀ ਥਾਂ ਤਾਇਵਾਨ ਵਿੱਚ ਲਾਕਡਾਊਨ ਕਦੀ ਲਗਾਇਆ ਹੀ ਨਹੀਂ ਗਿਆ, ਕਿਉਂਕਿ ਇਹਨਾਂ ਦੇਸ਼ਾਂ ਨੇ ਸ਼ੁਰੂ ਵਿੱਚ ਹੀ ਸਾਵਧਾਨੀ ਵਰਤ ਕੇ ਇਸ ਵਾਇਰਸ ਨੂੰ ਫੈਲਣ ਤੋਂ ਰੋਕ ਲਿਆ ਸੀ। ਨੰਬਰ 8 ਟੈਸਟਿੰਗ ਵਿੱਚ ਸੁਧਾਰ। ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਬਿਮਾਰੀ ਦਾ ਪਤਾ ਲਗਾਉਣਾ, ਕਿਉਂਕਿ ਜੇਕਰ ਬਿਮਾਰੀ ਦਾ ਪਤਾ ਹੀ ਨਹੀਂ ਲੱਗੂਗਾ ਤਾਂ ਉਸ ਨਾਲ ਲੜ ਕਿਵੇਂ ਪਾਵਾਂਗੇ। ਪਰ ਇਸ ਬਿਮਾਰੀ ਵਿੱਚ ਇਸ ਤਰ੍ਹਾਂ ਨਹੀਂ ਹੈ। ਇਸ ਬਿਮਾਰੀ ਦਾ 7 ਜਨਵਰੀ ਨੂੰ ਪਹਿਲਾ ਕੇਸ ਪਤਾ ਲੱਗਿਆ ਅਤੇ ਸਿਰਫ 6 ਦਿਨਾਂ ਬਾਅਦ 13 ਜਨਵਰੀ ਨੂੰ ਇਸ ਦਾ ਟੈਸਟ ਵੀ ਉਪਲਬਧ ਹੋ ਗਿਆ ਸੀ। ਹੋਰ ਤਾਂ ਹੋਰ ਇਸ ਵਿੱਚ ਲਗਾਤਾਰ ਸੁਧਾਰ ਵੀ ਹੋ ਰਿਹਾ ਹੈ। ਇੱਥੋਂ ਤੱਕ 27 ਮਾਰਚ ਨੂੰ ਤਾਂ ਟੈਸਟਿੰਗ ਦਾ ਅਜਿਹਾ ਤਰੀਕਾ ਵੀ ਆ ਗਿਆ ਜੋ 5 ਮਿੰਟਾਂ ਵਿੱਚ ਰਿਜ਼ਲਟ ਦਿਖਾ ਦਿੰਦਾ ਹੈ। ਹੁਣ ਜੇ ਘਾਟ ਹੈ ਤਾਂ ਉਹ ਹੈ ਸਿਰਫ ਸਰਕਾਰਾਂ ਵੱਲੋਂ ਲਾਗੂ ਕਰਨ ਦੀ। ਨੰਬਰ 9 ਮਹਾਨ ਯੋਧੇ। ਦੋਸਤੋ, ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਇਸ ਤਰ੍ਹਾਂ ਦੀ ਭਿਆਨਕ ਮਹਾਮਾਰੀ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ, ਕਿਉਂਕਿ ਪਿਛਲੇ 100 ਸਾਲਾਂ ਵਿੱਚ ਅਜਿਹੀ ਮਹਾਮਾਰੀ ਕਦੀ ਨਹੀਂ ਫੈਲੀ ਅਤੇ ਬਹੁਤ ਲੋਕ ਪਹਿਲੀ ਵਾਰ ਹੀ ਇਸ ਬਿਮਾਰੀ ਤੋਂ ਹਾਰ ਮੰਨ ਕੇ ਆਪਣੀ ਜਾਨ ਗਵਾ ਚੁੱਕੇ ਨੇ। ਪਰ ਹਰ ਬਿਮਾਰੀ ਨਾਲ ਲੜਨ ਲਈ ਦਵਾਈ ਦੇ ਨਾਲ-ਨਾਲ ਹਿੰਮਤ ਅਤੇ ਦ੍ਰਿੜ ਵਿਸ਼ਵਾਸ ਦੀ ਵੀ ਜ਼ਰੂਰਤ ਹੁੰਦੀ ਹੈ, ਜੋ ਕਿ ਸਾਡੇ ਬਜ਼ੁਰਗ ਲੋਕਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿਨ੍ਹਾਂ ਨੇ 2 ਮਹਾਮਾਰੀਆਂ ਨੂੰ ਮਾਤ ਦਿੱਤੀ ਹੈ। ਜੀ ਹਾਂ, ਹੁਣ ਤੋਂ ਤਕਰੀਬਨ 102 ਸਾਲ ਪਹਿਲਾਂ 1918 ਤੋਂ 1920 ਤੱਕ ਸਪੈਨਿਸ਼ ਫਲੂ ਨਾਮਕ ਮਹਾਮਾਰੀ ਦੌਰਾਨ ਪੈਦਾ ਹੋਣ ਵਾਲੇ ਕਈ ਬਜ਼ੁਰਗਾਂ ਨੇ ਉਸ ਮਹਾਮਾਰੀ ਤੋਂ ਬਾਅਦ ਇਸ ਕਰੋਨਾ ਮਹਾਮਾਰੀ ਨੂੰ ਵੀ ਮਾਤ ਦਿੱਤੀ ਹੈ। ਸਪੈਨਿਸ਼ ਫਲੂ ਕਾਰਨ ਉਸ ਸਮੇਂ ਸੰਸਾਰ ਦੀ ਕਰੀਬਨ 1/4 ਆਬਾਦੀ ਪ੍ਰਭਾਵਿਤ ਹੋਈ ਸੀ। ਕਰੀਬ 1.5 ਤੋਂ 5 ਕਰੋੜ ਲੋਕਾਂ ਦੀ ਮੌਤ ਹੋ ਗਈ ਸੀ। ਨੰਬਰ 10 ਦੂਜੇ ਰੋਗਾਂ ਦੇ ਮਰੀਜ਼ ਦੀ ਗਿਣਤੀ ਵਿੱਚ ਕਾਫੀ ਕਮੀ ਦੇਖਣ ਨੂੰ ਆ ਰਹੀ ਹੈ। ਡਾਕਟਰਾਂ ਵੱਲੋਂ ਲਿਖੇ ਜਾਂਦੇ ਕਈ ਬੇਮਾਇਨੇ ਟੈਸਟਾਂ ਤੇ ਬਰਬਾਦ ਹੋਣ ਵਾਲਾ ਪੈਸਾ ਵੀ ਲੋਕਾਂ ਦਾ ਬਚ ਰਿਹਾ ਹੈ ਤੇ ਬਹੁਤੇ ਲੋਕ ਤਾਂ ਘਰ ਵਿੱਚ ਹੀ ਰਹਿ ਕੇ ਆਪਣੇ ਆਪ ਹੀ ਠੀਕ ਹੋਣੇ ਸ਼ੁਰੂ ਹੋ ਗਏ ਨੇ ਤੇ ਫालतू ਖਰਚੇ ਵਿੱਚ ਭਾਰੀ ਕਮੀ ਆਈ। ਅੰਤ ਵਿੱਚ ਹਮੇਸ਼ਾ ਆਪਣੇ ਆਪ ਨੂੰ ਬਿਜ਼ੀ ਕਹਿਣ ਵਾਲੇ ਇਨਸਾਨ ਨੂੰ ਕੁਝ ਸਮਾਂ ਆਪਣੇ ਬੱਚਿਆਂ ਨਾਲ ਅਤੇ ਪਰਿਵਾਰ ਨਾਲ ਬਿਤਾਉਣ ਦਾ ਸਮਾਂ ਮਿਲਿਆ ਤੇ ਥੋੜੀ ਫੁਰਸਤ ਵਾਲੀ ਜ਼ਿੰਦਗੀ ਜਿਉਣ ਦਾ ਮੌਕਾ ਮਿਲਿਆ। ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਦਬਾ ਦਿਓ ਅਤੇ ਕਮੈਂਟ ਕਰਕੇ ਸੁਝਾਅ ਵੀ ਜ਼ਰੂਰ ਦਿਓ। ਧੰਨਵਾਦ।